ਸੋ ਬਹੁਤ ਸਾਰੇ ਲੋਕ ਇਹ ਸੋਚ ਕੇ ਮਾਯੂਸ ਹੋ ਗਏ ਕਿ ਅਸੀਂ ਬਹੁਤ ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ, ਬਹੁਤ ਸਾਲਾਂ ਤੋਂ ਟੈਕਸ ਪੇਅਰ ਹੈਗੇ ਆ, ਪਰ ਸਾਡੇ ਪੇਰੈਂਟ ਤੇ ਗ੍ਰੈਂਡ ਪੇਰੈਂਟ ਹੈਗੇ ਆ ਅਜੇ ਵੀ ਪਿੱਛੇ ਬੈਕ ਹੋਮ ਦੇ ਵਿੱਚ ਆ। ਅਸੀਂ ਚਾਹੁੰਦੇ ਹਾਂ ਕਿ ਸਾਡੀ ਪੂਰੀ ਫੈਮਿਲੀ ਹੈ ਜਿਹੜੀ ਉਹ ਯੂਨਾਈਟ ਹੋਵੇ। अब विद इन फ्यू डेज क्लियर हो जाएगा कि उन्होंने प्लान है कितनी एप्लीकेशंस न्यू पूल चो लेनी है या सारियां पुराने चो लेनी है। ਇਨਕਮ ਦਾ ਵੀ ਇੱਕ ਆਪਸ਼ਨ ਰੱਖਿਆ ਗਿਆ ਕਿ ਇੰਨੀ ਇਨਕਮ ਹੋਣੀ ਚਾਹੀਦੀ ਹੈ। ਸੋ ਰਿਕੁਆਇਰਮੈਂਟ ਕਿਹੜੀਆਂ ਨੇ, ਐਲੀਜੀਬਿਲਟੀ ਕੀ ਹੈ। ਜੇ ਪੇਰੈਂਟ ਗ੍ਰੈਂਡ ਪੇਰੈਂਟ ਸਪਾਂਸਰ ਕਰਦਾ ਤਾਂ 20 ਇਅਰਸ ਵਾਸਤੇ ਉਹਦੀ ਅੰਡਰਟੇਕਿੰਗ ਦੇਣੀ ਪੈਂਦੀ ਉਹਨਾਂ ਨੂੰ ਕਿ 20 ਇਅਰਸ ਤੱਕ ਮੇਰੀ ਰਿਸਪੌਂਸਿਬਿਲਿਟੀ ਹੈ ਕਿ ਉਹ ਜੇ ਮੰਨ ਲਓ ਸੋਸ਼ਲ ਅਸਿਸਟੈਂਸ ਤੇ ਜਾਂਦੇ ਜਾਂ ਵਟਐਵਰ ਤਾਂ ਉਹਦੀ ਰਿਸਪੌਂਸਿਬਿਲਿਟੀ ਹੈ ਤੇ ਆਪ ਸੋਸ਼ਲ ਅਸਿਸਟੈਂਸ ਜੇ ਆਪ ਹੀ ਆਦਮੀ ਸੋਸ਼ਲ ਅਸਿਸਟੈਂਸ ਜਾਂ ਕੋਈ ਬੈਂਕਰਪਸੀ ਫਾਈਲ ਜਾਂ ਕੁਛ ਐਸੀ ਚੀਜ਼ ਹੈਗੀ ਹੈ ਤਾਂ ਫਿਰ ਉਹ ਐਲੀਜੀਬਲ ਨਹੀਂ ਹੈ। ਜਿਹੜਾ ਨੰਬਰ ਲਿਖਿਆ ਹੈ ਨੰਬਰ ਆਫ ਐਪਲੀਕੈਂਟਸ ਉਹ ਇਨਕਲੂਡਿੰਗ ਜਿਹੜੇ ਉਹਨਾਂ ਦੇ ਪੇਰੈਂਟਸ ਆਣੇ ਜੇ ਸਪੋਜ਼ 4 ਦੀ ਫੈਮਿਲੀ ਹੈ ਐਂਡ 2 ਪੇਰੈਂਟਸ ਤਾਂ 6 ਹੋ ਗਈ ਤੇ ਜੇ 3 ਦੀ ਫੈਮਿਲੀ ਹੈ ਜਾਂ 1 ਜਾਂ 2 ਪੇਰੈਂਟ ਤਾਂ ਡਿਪੈਂਡਿੰਗ 4 ਐਂਡ 5 ਮਤਲਬ ਉਹਨਾਂ ਨੂੰ ਐਡ ਕਰਕੇ ਉਹ ਫੈਮਿਲੀ ਸਾਈਜ਼ ਹੈ। ਤੇ ਜੇ ਕੋਈ ਫੁੱਲੀ ਵੈਕਸੀਨੇਟਡ ਆਪ ਹੈ ਪਰ ਉਹਦੇ ਡਿਪੈਂਡੈਂਟ ਚਿਲਡਰਨ ਵੈਕਸੀਨੇਟ ਨਹੀਂ ਹੈ ਤਾਂ ਉਹਨਾਂ ਨੂੰ ਆ ਕੇ ਪਹਿਲੇ ਇੱਕ ਟੈਸਟ ਕਰਾ ਕੇ ਆਉਣਾ ਪਊਗਾ, ਫਿਰ ਇੱਥੇ ਆ ਕੇ ਇੱਕ ਟੈਸਟ ਕਰਾਉਣਾ ਪਊਗਾ ਤੇ 8th ਦੇ ਫਿਰ ਟੈਸਟ ਕਰਾਉਣਾ ਪਊਗਾ। ਉਹ ਉਹਨਾਂ ਵਾਸਤੇ ਰਿਕੁਆਇਰਮੈਂਟ ਹੈ। ਵਿਜ਼ਿਟਰ ਵੀ ਉਦੋਂ ਆ ਸਕਦੇ ਨੇ, ਪਰ ਜਦੋਂ ਅਸੀਂ ਵੀਜ਼ਾ ਅਪਲਾਈ ਦੀ ਗੱਲ ਕਰਦੇ ਹਾਂ ਕਿ ਵੀਜ਼ਾ ਐਪਲੀਕੇਸ਼ਨਸ ਪਹਿਲਾਂ ਵੀ ਲੱਗ ਰਹੀਆਂ ਸੀ ਪਰ ਅਪਰੂਵਲ ਜਿਹੜੇ ਟਾਈਮ ਸੀਗਾ ਉਹ ਟਾਈਮ ਪੀਰੀਅਡ ਵੱਧ ਰਿਹਾ ਸੀ। ਹੁਣ ਰਾਈਟ ਟਾਈਮ ਹੈਗਾ ਅਪਲਾਈ ਕਰਨ ਦਾ ਜਾਂ ਉਹਨਾਂ ਨੂੰ ਵੇਟ ਕਰ ਲੈਣੀ ਚਾਹੀਦੀ ਹੈ ਸਤੰਬਰ ਤੱਕ? ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲਿਊਸ਼ਨ ਦੇ ਵਿੱਚ ਸਵਾਗਤ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਗੱਲਬਾਤ ਕਰਦੇ ਹਾਂ ਇਮੀਗ੍ਰੇਸ਼ਨ ਦੇ ਬਾਰੇ। ਇਮੀਗ੍ਰੇਸ਼ਨ ਨੂੰ ਲੈ ਕੇ ਹਰ ਰੋਜ਼ ਨਵੇਂ ਰੂਲਸ, ਨਵੇਂ ਰੈਗੂਲੇਸ਼ਨਸ ਆਉਂਦੇ ਰਹਿੰਦੇ ਨੇ ਤੇ ਉਸ ਦੀਆਂ ਨਵੀਆਂ ਅਨਾਉਂਸਮੈਂਟਸ ਆਉਂਦੀਆਂ ਰਹਿੰਦੀਆਂ ਨੇ ਤੇ ਤੁਹਾਡੇ ਤੱਕ ਅਸੀਂ ਪੁਖਤਾ ਜਾਣਕਾਰੀ ਪਹੁੰਚਾ ਸਕੀਏ ਇਸ ਲਈ ਵੱਖ-ਵੱਖ ਕੰਸਲਟੈਂਟਸ ਨੂੰ ਅਸੀਂ ਇਮੀਗ੍ਰੇਸ਼ਨ ਦੇ ਰਿਲੇਟਡ ਇੱਥੇ ਸਟੂਡੀਓ ਦੇ ਵਿੱਚ ਬੁਲਾਉਂਦੇ ਰਹਿੰਦੇ ਹਾਂ ਤੇ ਉਹਨਾਂ ਤੋਂ ਇਨਫੋਰਮੇਸ਼ਨ ਲੈਂਦੇ ਰਹਿੰਦੇ ਹਾਂ ਕਿਉਂਕਿ ਕਈ ਵਾਰ ਇਹੋ ਜਿਹੇ ਰੂਲ ਆਉਂਦੇ ਆ ਕਿ ਕਨਫਿਊਜ਼ਨ ਪੈਦਾ ਕਰ ਦਿੰਦੇ ਆ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਅਸੀਂ ਫਾਈਲ ਲਗਾਈਏ, ਕਿਸ ਤਰ੍ਹਾਂ ਅਸੀਂ ਐਪਲੀਕੇਸ਼ਨ ਲਗਾਈਏ। ਤੇ ਹੁਣ ਅੱਜ ਦੇ ਦਿਨ ਦੇ ਵਿੱਚ ਜੇ ਗੱਲ ਕਰੀਏ ਤਾਂ PGP ਪੇਰੈਂਟ ਗ੍ਰੈਂਡ ਪੇਰੈਂਟਸ ਦੀਆਂ ਐਪਲੀਕੇਸ਼ਨ ਦੇ ਬਾਰੇ ਦੁਬਾਰਾ ਨਵੀਂ ਅਨਾਉਂਸਮੈਂਟ ਆਈ ਹੈ। ਕੀ ਡੀਟੇਲਸ ਨੇ ਕਿਉਂਕਿ ਉਹਦੇ ਵਿੱਚ ਵੀ ਥੋੜੀ ਬਹੁਤ ਕਨਫਿਊਜ਼ਨ ਹੈ ਕਿ 30,000 ਐਪਲੀਕੇਸ਼ਨਸ ਹੈ ਕਿ 40,000 ਐਪਲੀਕੇਸ਼ਨਸ ਹੈ, ਪੁਰਾਣੀਆਂ ਐਪਲੀਕੇਸ਼ਨਸ ਦੇ ਵਿੱਚੋਂ ਚੂਜ਼ ਹੋਣੇ ਆ ਜਾਂ ਫਿਰ ਨਵੀਆਂ ਐਪਲੀਕੇਸ਼ਨਸ ਅਪਲਾਈ ਕਰ ਸਕਦੇ ਆ। ਸੋ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਾਂਗੇ ਤੇ ਨਾਲ ਅਸੀਂ ਗੱਲ ਕਰਾਂਗੇ ਬਾਰਡਰਸ ਦੇ ਬਾਰੇ। ਬਾਰਡਰਸ ਓਪਨ ਹੋ ਰਹੇ ਨੇ, ਹੌਲੀ ਰੀਓਪਨਿੰਗ ਪਲਾਨ ਜਿਹੜਾ ਜਾਰੀ ਕੀਤਾ ਜਾ ਰਿਹਾ, ਪਰ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਫੁੱਲੀ ਵੈਕਸੀਨੇਟਡ ਲੋਕ ਹੋਣੇ ਚਾਹੀਦੇ ਨੇ। ਕੌਣ ਕੈਨੇਡਾ ਦੇ ਵਿੱਚ ਐਂਟਰ ਹੋ ਸਕਦਾ ਹੈ, ਇਸ ਬਾਰੇ ਅੱਜ ਗੱਲ ਕਰਾਂਗੇ ਤੇ ਨਾਲ ਗੱਲ ਕਰਾਂਗੇ ਵਰਕ ਪਰਮਿਟਸ ਦੇ ਬਾਰੇ। ਨਵੇਂ ਵਰਕ ਪਰਮਿਟ ਜਿਹੜੇ ਨੇ ਐਸੈਂਸ਼ੀਅਲ ਵਰਕਰਸ ਨੂੰ ਤੇ ਨਾਲ ਆਪਸ਼ਨ ਦਿੱਤੇ ਜਾ ਰਹੇ ਨੇ ਸਟੂਡੈਂਟਸ ਨੂੰ। ਕੀ ਆਪਸ਼ਨਸ ਨੇ ਇਹਦੇ ਬਾਰੇ ਗੱਲ ਕਰਾਂਗੇ। ਕਿਹੜਾ ਟਾਈਮ ਰਾਈਟ ਹੈਗਾ ਇੱਕ ਵੀਜ਼ੇ ਨੂੰ ਅਪਲਾਈ ਕਰਨ ਦੇ ਲਈ ਜਾਂ ਐਪਲੀਕੇਸ਼ਨ ਲਗਾਉਣ ਦੇ ਲਈ, ਇਸ ਬਾਰੇ ਗੱਲ ਕਰਾਂਗੇ। ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਕੈਪੀਲਾਨੋ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਿਡ ਤੋਂ ਮਿਸਟਰ ਚਰਨਜੀਤ ਕਾਲੜਾ ਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਕਾਲੜਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਜੀ? ਪਹਿਲਾਂ ਤਾਂ ਕੀ ਹਾਲ ਚਾਲ? ਬਿਲਕੁਲ ਠੀਕ ਠਾਕ ਜੀ। ਬਿਲਕੁਲ, ਤੁਸੀਂ ਪਿਛਲੀ ਵਾਰ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਸੀਗੀ ਇਮੀਗ੍ਰੇਸ਼ਨ ਦੇ ਬਾਰੇ। ਇਹ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜੀਆਂ ਨੇ, ਹਰ ਤਰ੍ਹਾਂ ਦੀ ਇਮੀਗ੍ਰੇਸ਼ਨ ਸਰਵਿਸ ਤੁਹਾਡੇ ਦੁਆਰਾ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਵਧੀਆ ਜਾਣਕਾਰੀ ਤੁਸੀਂ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਉਂਦੇ ਹੋ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਦੀਆਂ ਸਹੂਲਤਾਂ ਜਿਹੜੀਆਂ ਚਾਹੀਦੀਆਂ ਨੇ। ਤੇ ਨਾਲ ਮਿਸਟਰ ਕਾਲੜਾ, ਹੁਣ ਜਿਹੜੀ ਨਵੀਂ ਅਨਾਉਂਸਮੈਂਟ ਆਈ ਹੈ, ਜਿਹੜੇ ਹਰ ਰੋਜ਼ ਅਸੀਂ ਉਡੀਕ ਕਰਦੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਜਿਹੜੀ ਅਨਾਉਂਸਮੈਂਟ ਉਹ ਕੀਤੀ ਜਾਂਦੀ ਹੈ। ਪਿਛਲੇ ਸਾਲ ਵੀ ਅਨਾਉਂਸਮੈਂਟ ਹੋਈ, ਉਦੋਂ ਪਿਛਲੇ ਸਾਲ ਅਸੀਂ ਦੇਖਿਆ ਕਿ ਸਿਸਟਮ ਕ੍ਰੈਸ਼ ਹੋ ਗਿਆ। ਸੋ ਬਹੁਤ ਸਾਰੇ ਲੋਕ ਇਹ ਸੋਚ ਕੇ ਮਾਯੂਸ ਹੋ ਗਏ ਕਿ ਅਸੀਂ ਬਹੁਤ ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ, ਬਹੁਤ ਸਾਲਾਂ ਤੋਂ ਟੈਕਸ ਪੇਅਰ ਹੈਗੇ ਆ, ਪਰ ਸਾਡੇ ਪੇਰੈਂਟ ਤੇ ਗ੍ਰੈਂਡ ਪੇਰੈਂਟ ਹੈਗੇ ਆ ਅਜੇ ਵੀ ਪਿੱਛੇ ਬੈਕ ਹੋਮ ਦੇ ਵਿੱਚ ਆ। ਅਸੀਂ ਚਾਹੁੰਦੇ ਹਾਂ ਕਿ ਸਾਡੀ ਪੂਰੀ ਫੈਮਿਲੀ ਹੈ ਜਿਹੜੀ ਉਹ ਯੂਨਾਈਟ ਹੋਵੇ। ਸੋ ਉਹਨੂੰ ਲੈ ਕੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਨੇ, ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈਗੀ ਹੈ। ਸੋ ਅਨਾਉਂਸਮੈਂਟ ਕੀ ਹੈ, ਪਹਿਲਾਂ ਤਾਂ ਡੀਟੇਲਸ ਦੱਸੋ। ਪੇਰੈਂਟਸ ਗ੍ਰੈਂਡ ਪੇਰੈਂਟ ਪ੍ਰੋਗਰਾਮ ਜਾਂ PGP ਪ੍ਰੋਗਰਾਮ ਜਿਹਨੂੰ ਕਹਿੰਦੇ ਜੀ, ਇਹਦੀ ਐਕਚੁਅਲੀ 19 ਜੁਲਾਈ ਯਾਨੀ ਕੱਲ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਡੀਚਿਨੋ ਨੇ ਅਨਾਉਂਸਮੈਂਟ ਕੀਤੀ ਕਿ ਅਸੀਂ ਨਵਾਂ ਪ੍ਰੋਗਰਾਮ ਲਾਂਚ ਕਰਨ ਜਾ ਰਹੇ ਹਾਂ ਤੇ ਰਿਕਾਰਡ ਨੰਬਰ ਆਫ
PGP ਜਿਹੜੇ ਐਪਲੀਕੇਸ਼ਨਸ ਦੇ ਲਗਾਉਣੇ ਆ ਇਸ ਟਾਈਮ ਜਿਹੜੇ 30,000 ਹੈ ਪਰ ਉਹਨਾਂ ਨੇ ਨਾਲ ਇੱਕ ਚੀਜ਼ ਐਡ ਕੀਤੀ ਕਿ ਜਿਹੜੇ ਪਿਛਲੇ ਲੋਕ ਪੂਲ ਦੇ ਵਿੱਚ ਰਹਿ ਗਏ ਸੀ ਜਿਨ੍ਹਾਂ ਨੇ ਆਪਣੀ ਇੰਟਰਸਟ ਸ਼ੋਅ ਕੀਤਾ ਸੀ ਪਰ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਆਈ ਤੇ ਉਹਨਾਂ ਨੂੰ ਅਸੀਂ ਪ੍ਰੈਫਰੈਂਸ ਦੇਵਾਂਗੇ ਪਰ ਆ ਅਜੇ ਇੰਨਾ ਕਲੀਅਰ ਨਹੀਂ ਹੈ ਕਿ ਸਿਰਫ ਉਹੀ ਐਪਲੀਕੇਸ਼ਨ ਲੈਣਗੇ ਜਾਂ ਹੋਰ ਵੀ ਲੈਣਗੇ ਆ ਵਿਦਿਨ ਫਿਊ ਡੇਜ਼ ਕਲੀਅਰ ਹੋ ਜਾਊਗਾ ਕਿ ਉਹਨਾਂ ਦਾ ਪਲਾਨ ਹੈ ਕਿੰਨੀਆਂ ਐਪਲੀਕੇਸ਼ਨਸ ਨਿਊ ਪੂਲ ਚੋਂ ਲੈਣੀਆਂ ਜਾਂ ਸਾਰੀਆਂ ਪੁਰਾਣਿਆਂ ਚੋਂ ਲੈਣੀਆਂ ਪਰ ਇਨ ਐਨੀ ਕੇਸ 2015 ਦੇ ਵਿੱਚ ਸਿਰਫ 5,000 ਐਪਲੀਕੇਸ਼ਨ ਲਈਆਂ ਗਈਆਂ ਸੀ ਹੁਣ 30,000 ਹੈ ਤੇ ਉਹ ਕਹਿ ਰਿਹਾ ਕਿ ਸਾਡਾ ਫੈਮਿਲੀ ਯੂਨੀਫਿਕੇਸ਼ਨ ਵਾਸਤੇ ਅਸੀਂ ਬਹੁਤ ਜ਼ਿਆਦਾ ਵਰਕ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਪੇਰੈਂਟਸ ਇੱਥੇ ਆਉਣਾ ਇੱਕ ਬਹੁਤ ਵੱਡਾ ਸਟੈਪ ਹੈ ਕੈਨੇਡਾ ਵਾਸਤੇ ਬਿਲਕੁਲ ਕਿਉਂਕਿ ਤੁਸੀਂ ਫੈਮਿਲੀ ਰੀਯੂਨੀਫਿਕੇਸ਼ਨ ਦੀ ਗੱਲ ਕੀਤੀ ਹੈ ਤੇ ਕੈਨੇਡਾ ਨੇ ਪ੍ਰੋਮਿਸ ਕੀਤਾ ਸੀ ਜਦੋਂ ਮਿਨੋਰਿਟੀ ਗਵਰਨਮੈਂਟ ਫਾਰਮ ਹੋਈ ਸੀ ਉਦੋਂ ਤੋਂ ਹੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਹੈ ਫਾਸਟ ਟਰੈਕ ਦੇ ਉੱਤੇ ਇਹਨੂੰ ਲੈ ਕੇ ਕੰਮ ਕਰਾਂਗੇ ਪਰ ਪਹਿਲੀ ਵਾਰ ਸਿਸਟਮ ਕ੍ਰੈਸ਼ ਅਸੀਂ ਦੇਖਿਆ ਆ ਫਿਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਥੋੜ੍ਹੀਆਂ ਬਹੁਤ ਐਪਲੀਕੇਸ਼ਨਸ ਚਲੀਆਂ ਗਈਆਂ ਸੀ ਕਿਉਂਕਿ ਹਰ ਸਾਲ ਜਿਹੜੇ ਆ ਲੱਖਾਂ ਹੀ ਜੇ ਅਸੀਂ 4 ਲੱਖ ਤੋਂ ਉੱਤੇ ਗੱਲ ਕਰੀਏ 4 ਲੱਖ ਤੋਂ ਸ਼ੁਰੂ ਹੋ ਕੇ 4 ਲੱਖ 11,000 21,000 ਦੀ ਗੱਲ ਕੀਤੀ ਸੀ ਕਿ ਐਵਰੀ ਈਅਰ ਜਿਹੜੇ ਨੇ ਉਹ ਇੱਥੇ ਲੋਕ ਬੁਲਾਏ ਜਾਣਗੇ ਪਰ ਹੁਣ ਜਿਵੇਂ ਤੁਸੀਂ ਦੱਸਿਆ ਕਿ ਇਹ ਹਜੇ ਕਲੈਰਿਟੀ ਨਹੀਂ ਆਈ ਹੈਗੀ ਕਿ ਪਿਛਲੇ ਵਿੱਚੋਂ 10,000 ਲੈਣੇ ਆ ਜਾਂ ਨਵੇਂ ਜਿਹੜੇ ਆ ਉਹ ਸਾਰੇ ਦੇ ਸਾਰੇ 40,000 ਨਵਿਆਂ ਚੋਂ ਲੈਣੇ ਆ ਸੋ ਕਲੈਰਿਟੀ ਆਉਣ ਵਾਲੇ ਦਿਨਾਂ ਚ ਆਏਗੀ ਸੋ ਸੈਪਟੈਂਬਰ ਦੀ ਜਿਹੜੀ ਗੱਲ ਕੀਤੀ ਗਈ ਹੈ 20th ਸੈਪਟੈਂਬਰ ਤੋਂ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਨੇ ਸੋ ਜੇ ਟਾਈਮ ਹੈਗਾ ਆ ਸੋ ਇਹ ਨਹੀਂ ਕਿ ਇੱਕੋ ਦਮ ਅਨਾਉਂਸ ਕੀਤਾ ਤੇ ਇੱਕੋ ਦਮ ਹੀ ਤੁਸੀਂ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਜਾਂ ਸਬਮਿਟ ਕਰ ਸਕਦੇ ਹੋ ਜਾਂ ਇਹ ਦੇਖ ਸਕਦੇ ਹੋ ਕਿ ਪਿੱਛੋਂ ਤੁਸੀਂ ਚੂਜ਼ ਕਰ ਰਹੇ ਹੋ ਜਾਂ ਨਹੀਂ ਜਿਹੜੇ ਆਲਰੇਡੀ ਐਗਜ਼ਿਸਟਿੰਗ ਹੈ ਉਹਨਾਂ ਨੂੰ ਆਨਲਾਈਨ ਜਾ ਕੇ ਆਪਣੀ ਇਨਫੋਰਮੇਸ਼ਨ ਅਪਡੇਟ ਕਰਨੀ ਪੈਣੀ ਹੈ ਅੱਛਾ ਜੀ ਉਹ ਇਨਫੋਰਮੇਸ਼ਨ ਕਿਉਂਕਿ ਮੰਨ ਲਓ ਕਿਸ ਦਾ ਐਡਰੈਸ ਚੇਂਜ ਹੋ ਗਿਆ ਕਿਸ ਦਾ ਕੁਝ ਚੇਂਜ ਹੋ ਗਿਆ ਤਾਂ ਉਹ ਇਨਫੋਰਮੇਸ਼ਨ ਅਪਡੇਟ ਪਹਿਲੇ ਕਰਨੀ ਪਊਗੀ ਉਸ ਤੋਂ ਬਾਅਦ ਉਹਨਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਆਊਗਾ ਉਹਨਾਂ ਨੂੰ ਈਮੇਲ ਆਊਗੀ ਸੇਮ ਈਮੇਲ ਐਡਰੈਸ ਤੇ ਜਿੱਥੇ ਉਹਨਾਂ ਨੇ ਅਪਲਾਈ ਕੀਤਾ ਹੈ ਤੇ ਜੇ ਉਹਨਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਆਉਂਦੀ ਹੈ ਤਾਂ ਫਿਰ ਵਿਦਿਨ 60 ਡੇਜ਼ ਉਹਨਾਂ ਨੇ ਆਪਣੀ ਪੂਰੀ ਐਪਲੀਕੇਸ਼ਨ ਲਗਾਉਣੀ ਹੁੰਦੀ ਹੈ ਅਸੀਂ ਦੋਨਾਂ ਚੀਜ਼ਾਂ 'ਚ ਹੈਲਪ ਕਰ ਸਕਦੇ ਹਾਂ ਅਪਡੇਟ ਕਰਨ ਦੇ ਵਿੱਚ ਵੀ ਤੇ ਇਵਨ ਤੇ ਬਾਅਦ 'ਚ ਐਪਲੀਕੇਸ਼ਨ ਲਗਾਉਣ ਵਾਸਤੇ ਬਿਲਕੁਲ ਸੋ ਜਿਵੇਂ ਤੁਸੀਂ ਕਿਹਾ ਕਿ ਟਾਈਮ ਦਿੰਦੇ ਹੈਗੇ ਆ ਤੁਸੀਂ ਅਪਡੇਟ ਕਰ ਸਕਦੇ ਆ ਸੋ ਇਹਦੇ ਵਿੱਚ ਹੁਣ ਇੱਕ ਜਿਹੜੇ ਹੈਗੀ ਆ ਉਹ ਇਨਕਮ ਦਾ ਵੀ ਇੱਕ ਆਪਸ਼ਨ ਰੱਖਿਆ ਗਿਆ ਕਿ ਇੰਨੀ ਇਨਕਮ ਹੋਣੀ ਚਾਹੀਦੀ ਹੈ ਸੋ ਰਿਕੁਆਇਰਮੈਂਟ ਕਿਹੜੀਆਂ ਨੇ ਐਲੀਜੀਬਿਲਟੀ ਕੀ ਹੈ ਸਭ ਤੋਂ ਵੱਡਾ ਕ੍ਰਾਈਟੇਰੀਆ ਇਨਕਮ ਹੀ ਹੈ ਜੀ ਪੇਰੈਂਟ ਗ੍ਰੈਂਡ ਪੇਰੈਂਟ ਵੀਜ਼ਾ ਦੇ ਵਿੱਚ ਪਹਿਲੇ ਹੁੰਦਾ ਸੀ ਕਿ ਜਿਹੜੀ ਮਿਨੀਮਮ ਨੈਸੈਸਰੀ ਇਨਕਮ ਹੈ ਮਿਨੀਮਮ ਨੈਸੈਸਰੀ ਇਨਕਮ ਉਹਨਾਂ ਨੇ ਇੱਕ ਫਿਕਸ ਕੀਤੀ ਹੋਈ ਹੈ ਐਵਰੀ ਈਅਰ ਦੀ ਕਿ ਜੇ ਫੈਮਿਲੀ ਵਿੱਚ ਸੇ 4 ਲੋਕ ਪਹਿਲੇ ਹੈਗੇ ਤੇ 2 ਪੇਰੈਂਟਸ ਉਹਨਾਂ ਦੇ ਆ ਰਹੇ ਸੇ 6 ਹੋ ਗਏ ਤਾਂ 6 ਵਾਸਤੇ ਮਿਨੀਮਮ ਨੈਸੈਸਰੀ ਇਨਕਮ ਪਲੱਸ 30% ਆਫ ਦੈਟ ਇਨਕਮ ਉਹ ਐਡ ਹੋ ਕੇ ਉਹ ਉਹਨੀ ਇਨਕਮ ਚਾਹੀਦੀ ਹੁੰਦੀ ਸੀ ਤੇ ਪਰ 2020 ਕੋਵਿਡ ਦੀ ਸਿਚੁਏਸ਼ਨ ਕਰਕੇ ਇਹਨਾਂ ਨੇ ਇਹ ਚੇਂਜ ਕਰਤੀ ਹੈ ਕਿ ਉਹ 30% ਐਡ ਨਹੀਂ ਕਰਦੇ ਤੇ ਇਸ ਕਰਕੇ ਸੇਮ ਉਹਨਾਂ ਨੇ ਹੁਣ ਵੀ 2021 ਚ ਵੀ ਕੰਟੀਨਿਊ ਕੀਤਾ ਆ ਇੱਕ ਬੜਾ ਵੱਡਾ ਐਡਵਾਂਟੇਜ ਹੈ ਕਿ ਜਿੰਨੀ ਇਨਕਮ ਤੁਹਾਡੀ ਹੈਗੀ ਹੈ ਉਹਦੇ 30% ਐਡ ਹੁੰਦੀ ਹੁੰਦੀ ਪਰ ਆ ਲਾਸਟ 3 ਇਅਰਸ ਦੀ ਇਨਕਮ ਲਗਾਣੀ ਹੈ ਜੀ 2018 ਤੇ 2019 ਦੀ ਇਨਕਮ ਵੀ 30% ਐਡਡ ਹੀ ਹੈ ਆਲਰੇਡੀ ਉਹ ਐਡ ਕਰਕੇ ਦੇਣਾ ਜੇ ਕਿਸੇ ਦਾ ਜੇ ਉਹ ਕੋਈ ਕ੍ਰਾਈਟੇਰੀਆ ਮੀਟ ਕਰਦਾ ਤਾਂ ਹੀ ਉਹ ਐਲੀਜੀਬਲ ਹੈਗਾ ਬਿਲਕੁਲ ਸੋ ਐਲੀਜੀਬਿਲਟੀ ਦੇ ਲਈ ਸਿਰਫ ਮੇਨ ਜਿਹੜੀ ਉਹ ਇਨਕਮ ਹੀ ਹੈ ਇਹਦੇ ਬਾਰੇ ਹੋਰ ਕੋਈ ਰਿਕੁਆਇਰਮੈਂਟਸ ਹੈਗੀ ਹੋਰ ਕਾਫੀ ਐਲੀਜੀਬਿਲਟੀ ਫੈਕਟਰ ਹੈਗੇ ਜੀ ਇੱਕ ਤਾਂ ਹੈ ਕਿ ਜਿਹਦਾ ਆਪਣਾ ਪੇਰੈਂਟ ਹੈ ਇੱਕ ਜਿਹੜਾ ਦਾ ਆਪਣਾ ਪੇਰੈਂਟ ਹੈ ਉਹ ਸਪਾਂਸਰ ਕਰ ਸਕਦਾ ਤੇ ਉਹਦਾ ਸਪਾਊਸ ਉਹਦਾ ਕੋ-ਸਾਈਨਰ ਬਣ ਸਕਦਾ ਉਹ ਦੋਨਾਂ ਦੀ ਮਤਲਬ ਇਨਕਮ ਐਡ ਹੋ ਕੇ ਇਨਕਮ ਬਣਨੀ ਚਾਹੀਦੀ ਇੱਕ ਤਾਂ ਆ ਜ਼ਰੂਰੀ ਹੈ ਇਹ ਮੇਨ ਪੁਆਇੰਟ ਹੈ ਬਿਲਕੁਲ ਤੇ ਦੂਜੀ ਐਲੀਜੀਬਿਲਟੀ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਦੇਖਦੇ ਜੇ ਆਲਰੇਡੀ ਜੇ ਪੇਰੈਂਟ ਗ੍ਰੈਂਡ ਪੇਰੈਂਟ ਸਪਾਂਸਰ ਕਰਦਾ ਤਾਂ 20 ਇਅਰਸ ਵਾਸਤੇ ਉਹਦੀ ਅੰਡਰਟੇਕਿੰਗ ਦੇਣੀ ਪੈਂਦੀ ਉਹਨਾਂ ਨੂੰ ਕਿ 20 ਇਅਰਸ ਤੱਕ ਮੇਰੀ ਰਿਸਪੌਂਸਿਬਿਲਟੀ ਹੈ ਕਿ ਉਹ ਜੇ ਮੰਨ ਲਓ ਸੋਸ਼ਲ ਅਸਿਸਟੈਂਸ ਤੇ ਜਾਂਦੇ ਆ ਜਾਂ ਵਟਐਵਰ ਤਾਂ ਉਹਦੀ ਰਿਸਪੌਂਸਿਬਿਲਟੀ ਹੈ ਜੇ ਮੰਨ ਲਓ ਉਹਨਾਂ ਦੀ ਕੋਈ ਅੰਡਰਟੇਕਿੰਗ ਚੱਲ ਰਹੀ ਹੈ ਪਹਿਲੇ ਤੇ ਉਹ ਨਹੀਂ ਮੀਟ ਕੀਤੀ ਤਾਂ ਉਹ ਐਲੀਜੀਬਲ ਨਹੀਂ ਹੈਗੇ ਪਹਿਲੀ ਗੱਲ ਦੂਸਰੀ ਗੱਲ ਜੇ ਮੰਨ ਲਓ ਕਿ ਇਸ ਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਹੈ ਤਾਂ ਉਹ ਵੀ ਨੇ ਬੋਥ ਸਾਈਡਸ ਫॉर द ਸਪਾਂਸਰ ਐਂਡ ਫॉर ਜਿਹੜੇ ਪੇਰੈਂਟਸ ਨੂੰ ਬੁਲਾ ਰਹੇ ਉਹਨਾਂ ਵਾਸਤੇ ਦੋਨਾਂ ਵਾਸਤੇ ਕ੍ਰਿਮੀਨਲ ਬੈਕਗਰਾਉਂਡ ਚੈੱਕ ਹੁੰਦਾ ਪਲੱਸ ਮੈਡੀਕਲ ਚੈੱਕ ਹੁੰਦਾ ਆ ਸਾਰਾ ਕੁਝ ਤੇ ਉਹ ਕਿਤੇ ਆਪ ਸੋਸ਼ਲ ਅਸਿਸਟੈਂਸ ਜਾਂ ਆਪ ਹੀ ਆਦਮੀ ਸੋਸ਼ਲ ਅਸਿਸਟੈਂਸ ਜਾਂ ਕੋਈ ਬੈਂਕਰਪਸੀ ਫਾਈਲ ਜਾਂ ਕੁਝ ਐਸੀ ਚੀਜ਼ ਹੈਗੀ ਹੈ ਤਾਂ ਫਿਰ ਉਹ ਐਲੀਜੀਬਲ ਨਹੀਂ ਹੈ ਆ ਸਾਰੇ ਫੈਕਟਰਸ ਹੋਣੇ ਚਾਹੀਦੇ ਤਾਂ ਹੀ ਕਾਊਂਟ ਹੋਣੇ ਚਾਹੀਦੇ ਆ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਸਪਾਊਸ ਹੈਗਾ ਜੇ ਕਿਸੇ ਨੇ ਆਪਣੇ ਪੇਰੈਂਟ ਨੂੰ ਬੁਲਾਉਣਾ ਹੈਗਾ ਆ ਸੋ ਉਹਦਾ ਜਿਹੜਾ ਸਪਾਊਸ ਹੈਗਾ ਉਹ ਹੋ ਸਕਦਾ ਇਹ ਨਹੀਂ ਕਿ ਇਨਕਮ ਜਿੱਦਾਂ ਭਰਾ ਦੀ ਹੋਵੇ ਜਾਂ ਭਰਾ ਭੈਣ ਦੀ ਹੋਵੇ ਉਹ ਨਹੀਂ ਕਰ ਸਕਦੇ ਸਿਰਫ ਤੇ ਸਿਰਫ ਸਪਾਊਸ ਕਰ ਸਕਦਾ ਹਾਂਜੀ ਸਪਾਊਸ ਕਰ ਸਕਦੇ ਓਕੇ ਸੋ ਇਹ ਇੱਕ ਮੇਨ ਫੈਕਟਰ ਹੈਗਾ ਆ ਸੋ ਇਹਦੇ ਵਿੱਚ ਤੁਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਕਾਊਂਟ ਕਰਨੀਆਂ ਨੇ ਪਰ ਉਸ ਤੋਂ ਪਹਿਲਾਂ ਇਹ ਦੇਖਣਾ ਹੋਏਗਾ ਕਿ ਤੁਹਾਨੂੰ ਐਪਲੀਕੇਸ਼ਨ ਦੇ ਲਈ ਜਿਹੜਾ ਹੈ ਉਹ ਅਪਰੂਵਲ ਆਉਂਦਾ ਹੈ ਜਾਂ ਨਹੀਂ ਆਉਂਦਾ ਇਨਵੀਟੇਸ਼ਨ ਆਉਂਦਾ ਜਾਂ ਨਹੀਂ ਆਉਂਦਾ ਸੋ ਬਹੁਤ ਵਧੀਆ ਸਟੈਪ ਕੈਨੇਡਾ ਦੇ ਵੱਲੋਂ ਆ ਹੁਣ ਉਹ ਲੱਕੀ ਕੌਣ ਹੋਣਗੇ ਜਿਨ੍ਹਾਂ ਦੇ ਪੇਰੈਂਟ ਗ੍ਰੈਂਡ ਪੇਰੈਂਟ ਐਪਲੀਕੇਸ਼ਨਸ ਆਉਣਗੀਆਂ ਮਤਲਬ ਤੁਸੀਂ ਅਪਲਾਈ ਕਰ ਸਕਦੇ ਹੋ ਆਨਲਾਈਨ ਇਨਕਮ ਪਰ ਇਨਕਮ ਦੇਖੇ ਬਿਨਾਂ ਜੇ ਅਪਲਾਈ ਕਰੋਗੇ ਤਾਂ ਵੈਸੇ ਵੀ ਰਿਜੈਕਟ ਹੋਣਾ ਫਿਰ ਫਾਇਦਾ ਕੁਝ ਨਹੀਂ ਹੈ ਇੱਕ ਨੋਟਿਸ ਆਫ ਅਸੈਸਮੈਂਟ ਦੇ ਵਿੱਚ ਇੱਕ ਲਾਈਨ ਨੰਬਰ 150 ਹੁੰਦੀ ਹੈ
ਉਹ ਉਹਨਾਂ ਦੀ ਇਨਕਮ ਹੁੰਦੀ ਹੈ ਐਕਚੁਅਲੀ, ਉਹ ਦੇਖ ਕੇ ਉਹਦੇ ਨਾਲ ਤੁਸੀਂ ਕਾਊਂਟ ਕਰ ਸਕਦੇ। ਜੇ ਕਿਸੇ ਨੂੰ ਫਿਰ ਵੀ ਸ਼ੋਰ ਨਾ ਹੋਵੇ ਤਾਂ ਕੰਸਲਟ ਕਰ ਸਕਦਾ ਹੈ ਕਿ ਮੇਰੀ ਕਿੰਨੀ ਇਨਕਮ ਬੰਦੀ ਹੈ। ਬਿਲਕੁਲ, ਤੇ ਇੱਕ ਜਿਹੜੀਆਂ ਡਿਟੇਲਸ ਹੈਗੀਆਂ ਉਹ ਅਸੀਂ ਸਕਰੀਨ ਦੇ ਉੱਤੇ ਸ਼ੋ ਵੀ ਕਰ ਰਹੇ ਹੈਗੇ ਹਾਂਜੀ, ਸੋ ਇਹ ਡਿਟੇਲਸ ਤੁਸੀਂ ਦੇਖ ਕੇ ਜਿਹੜੀਆਂ ਨੇ ਉਹ ਸਾਰੇ ਜਿਹੜੇ ਆ ਉਹ ਦੇਖ ਸਕਦੇ ਆ ਕਿ ਕੀ ਰਿਕੁਆਇਰਮੈਂਟਸ ਹੈਗੀਆਂ। ਉਹਦੇ 'ਚ ਜਿਹੜਾ ਨੰਬਰ ਲਿਖਿਆ ਹੈ ਨੰਬਰ ਆਫ ਐਪਲੀਕੈਂਟਸ, ਉਹ ਇਨਕਲੂਡਿੰਗ ਜਿਹੜੇ ਉਹਨਾਂ ਦੇ ਪੇਰੈਂਟਸ ਆਣੇ, ਜੇ ਸਪੋਜ਼ 4 ਦੀ ਫੈਮਿਲੀ ਹੈ ਐਂਡ 2 ਪੇਰੈਂਟਸ ਤਾਂ 6 ਹੋ ਗਈ, ਤੇ ਜੇ 3 ਦੀ ਫੈਮਿਲੀ ਹੈ ਜਾਂ 1 ਜਾਂ 2 ਪੇਰੈਂਟ ਤਾਂ ਡਿਪੈਂਡਿੰਗ 4 ਐਂਡ 5, ਮਤਲਬ ਉਹ ਉਹਨਾਂ ਨੂੰ ਐਡ ਕਰਕੇ ਉਹ ਫੈਮਿਲੀ ਸਾਈਜ਼ ਹੈ। ਓਕੇ, ਮਤਲਬ ਆ ਨਹੀਂ ਕਿ ਇਕੱਲਾ ਤੁਹਾਡਾ ਫੈਮਿਲੀ ਸਾਈਜ਼ ਨਹੀਂ, ਉਹਨਾਂ ਨੂੰ ਐਡ ਕਰਕੇ, ਕਿਉਂਕਿ ਜੋ ਆਣਗੇ ਤਾਂ ਉਹਨਾਂ ਨੂੰ ਇੰਨੀ ਇਨਕਮ ਚਾਹੀਦੀ ਤਾਂ ਅੱਗੇ ਉਹਨੂੰ ਸਪੋਰਟ ਕਰ ਸਕਣ, ਮਿਨੀਮਮ ਨੈਸੈਸਰੀ ਇਨਕਮ ਕਹਿੰਦੇ। ਬਿਲਕੁਲ, ਸੋ ਇਹ ਇਨਫੋਰਮੇਸ਼ਨ ਜਿਹੜੀ ਹੈ ਵੈਲਿਊਏਬਲ ਹੋ ਸਕਦੀ ਹੈ ਜਿਹੜੇ ਸਾਡਾ ਪ੍ਰੋਗਰਾਮ ਅੱਜ ਦੇਖ ਰਹੇ ਹੈਗੇ ਨੇ, ਸੁਣ ਰਹੇ ਹੈਗੇ ਨੇ। ਸੋ ਨਾਲ ਇਸ ਤੋਂ ਬਾਅਦ ਇੱਕ ਵੱਡੀ ਇਨਫੋਰਮੇਸ਼ਨ ਇਹ ਹੈ ਕਿ ਬਾਰਡਰਸ ਓਪਨ ਹੋ ਰਹੇ ਹੈਗੇ ਨੇ। ਖੁਸ਼ੀ ਦੀ ਗੱਲ ਵੀ ਹੈਗੀ ਹੈ ਕਿ 1 ਸਾਲ ਹੋ ਗਿਆ ਹੈ ਕਿ ਬਾਰਡਰ, ਸਾਲ ਤੋਂ ਉੱਪਰ ਹੋ ਗਿਆ, 2 ਸਾਲ ਹੀ ਕਹਿ ਲਓ ਕਿ ਜਿਹੜੇ ਬਾਰਡਰਸ ਨੇ ਉਹ ਬੰਦ ਹੈਗੇ ਨੇ, ਖਾਸ ਕਰਕੇ ਅਮਰੀਕਾ ਵਾਲੇ ਬਾਰਡਰ ਜਿਹੜੇ ਬਿਲਕੁਲ ਨੇੜੇ ਬਾਰਡਰ ਹੈਗੇ ਆ, ਤਾਂ ਜਿਹੜੀਆਂ ਡਾਇਰੈਕਟ ਫਲਾਈਟ ਇੰਡੀਆ ਪਾਕਿਸਤਾਨ ਤੋਂ ਆਉਂਦੀਆਂ ਨੇ ਉਹ ਫਲਾਈਟਸ ਵੀ ਜਿਹੜੀਆਂ ਨੇ ਉਹ ਅੱਗੇ ਐਕਸਟੈਂਡ ਕਰ ਦਿੱਤੀਆਂ ਗਈਆਂ ਨੇ, ਉਹਨਾਂ ਤੇ ਵੀ ਐਕਸਟੈਂਸ਼ਨ ਲਗਾ ਦਿੱਤੀ ਗਈ ਹੈ। ਹੁਣ ਕੈਨੇਡਾ ਦੇ ਵਿੱਚ ਕਿਹੜੇ ਲੋਕ ਐਂਟਰ ਕਰ ਸਕਦੇ ਆ, ਇਹਦੇ ਬਾਰੇ ਦੱਸੋ। ਸੈਪਟੈਂਬਰ ਹੁਣ ਅਮਰੀਕਾ ਵਾਸਤੇ ਤਾਂ ਇਹਨਾਂ ਨੇ ਅਗਸਤ ਤੋਂ ਖੋਲ੍ਹਤੇ, 9 ਅਗਸਤ ਤੋਂ ਖੋਲ੍ਹਤੇ ਅਮਰੀਕਾ ਤੋਂ। ਜੇ ਕੋਈ ਫੁੱਲੀ ਵੈਕਸੀਨੇਟਡ ਇੰਡੀਵਿਜੂਅਲ ਹੈ ਤਾਂ ਉਹ ਆ ਸਕਦਾ, ਉਹਨੂੰ ਆ ਕੇ ਟੈਸਟ ਕਰਵਾਉਣ ਦੀ ਵੀ ਜ਼ਰੂਰਤ ਨਹੀਂ ਹੈ, ਤੇ ਨਾ ਹੀ ਕੁਆਰੰਟਾਈਨ ਵੀ ਖਤਮ ਹੋ ਰਿਹਾ ਫਰਮ ਅਗਸਟ 9। ਤੇ ਜੇ ਕੋਈ ਫੁੱਲੀ ਵੈਕਸੀਨੇਟਡ ਆਪ ਹੈ ਪਰ ਉਹਦੇ ਡਿਪੈਂਡੈਂਟ ਚਿਲਡਰਨ ਵੈਕਸੀਨੇਟ ਨਹੀਂ ਹੈ ਤਾਂ ਉਹਨਾਂ ਨੂੰ ਆ ਕੇ ਪਹਿਲੇ ਇੱਕ ਟੈਸਟ ਕਰਾ ਕੇ ਆਉਣਾ ਪਊਗਾ, ਫਿਰ ਇੱਥੇ ਆ ਕੇ ਇੱਕ ਟੈਸਟ ਕਰਾਉਣਾ ਪਊਗਾ, ਤੇ 8th ਦੇ ਫਿਰ ਟੈਸਟ ਕਰਾਉਣਾ ਪਊਗਾ। ਉਹ ਉਹਨਾਂ ਵਾਸਤੇ ਰਿਕੁਆਇਰਮੈਂਟ ਹੈਗੀ ਹੈ। ਤੇ ਫॉर ਇੰਡੀਆ ਅਜੇ ਉਹਨਾਂ ਨੇ ਨਹੀਂ ਖੋਲ੍ਹਿਆ, ਈਵਨ 21 ਅਗਸਤ ਤੱਕ ਉਹਨਾਂ ਨੇ ਫਲਾਈਟਸ ਵੀ ਬੰਦ ਕੀਤੀਆਂ ਹੋਈਆਂ, ਤੇ ਉਹ ਸੈਪਟੈਂਬਰ ਤੋਂ ਓਪਨ ਹੋ ਰਿਹਾ ਇੰਡੀਆ ਵਾਸਤੇ। ਉਸ ਤੋਂ ਬਾਅਦ ਵਿਜ਼ਟਰ ਵੀਜ਼ਾ ਵੀ ਲਗਾ ਸਕਦੇ। ਫਿਲਹਾਲ ਜੇ ਕੋਈ ਇਮੀਡੀਏਟ ਫੈਮਿਲੀ ਕਿਸੇ ਦੀ ਇੱਥੇ ਹੈਗੀ ਹੈ, ਮੰਨ ਲਓ ਪੇਰੈਂਟਸ ਜਾਂ ਬੱਚੇ ਜਾਂ ਸਪਾਊਸ, ਉਹ ਆ ਸਕਦੇ ਆ ਵਿਦਆਊਟ ਐਨੀ ਕੁਐਸਚਨਿੰਗ, ਦੂਜਿਆਂ ਨੂੰ ਆਥੋਰਾਈਜੇਸ਼ਨ ਲੈਣੀ ਪੈਂਦੀ ਹੈ। ਜੀ ਬਿਲਕੁਲ, ਅਸੀਂ ਇੱਥੇ ਇਹ ਵੀ ਕਲੀਅਰ ਕਰ ਦਈਏ ਕਿ ਅਸੀਂ ਇੱਧਰੋਂ ਅਮਰੀਕਾ ਵੱਲ ਨਹੀਂ ਜਾ ਰਹੇ, ਕਿਉਂਕਿ ਅਮਰੀਕਾ ਦੀ ਜਿਹੜੇ ਬਾਰਡਰ ਆ ਉਹ ਹਜੇ ਤੱਕ ਹੁਣ ਤੱਕ ਕੋਈ ਅਨਾਉਂਸਮੈਂਟ ਨਹੀਂ ਆਈ। ਜੋ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਆ ਜਾਵੇ ਤਾਂ ਅਸੀਂ ਅਪਡੇਟ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ। ਪਰ ਜਿਹੜੀ ਇੱਥੇ ਕੈਨੇਡਾ 'ਚ ਐਂਟਰ ਹੋ ਸਕਦੇ ਨੇ ਉਹ ਅਮਰੀਕਾ ਬਾਰਡਰ ਜਿਹੜੇ ਨੇ ਉਹ ਅਗਸਤ ਤੋਂ ਹੋ ਰਹੇ ਨੇ ਸ਼ੁਰੂ, ਤੇ ਜੇ ਤੁਸੀਂ ਕਿਸੇ ਹੋਰ ਕੰਟਰੀ ਤੋਂ ਆ ਰਹੇ ਹੋ, ਇੰਟਰਨੈਸ਼ਨਲੀ ਕਿਤੋਂ ਆ ਰਹੇ ਹੋ, ਤਾਂ ਉਹ ਸੈਪਟੈਂਬਰ ਦੇ ਵਿੱਚ ਜਿਹੜੇ ਉਹ ਤੁਸੀਂ ਖੋਲ੍ਹ ਰਹੇ ਹੈਗੇ ਨੇ। ਸੋ ਹੁਣ ਕਹਿ ਸਕਦੇ ਹਾਂ ਕਿ ਹੌਲੀ ਹੌਲੀ ਰੀਓਪਨਿੰਗ ਹੋ ਰਹੀ ਹੈ, ਇਕਨੋਮੀ ਜਿਹੜੀ ਰੀਓਪਨ ਹੋ ਰਹੀ ਹੈ। ਤੁਸੀਂ ਵਿਜ਼ਿਟਰਸ ਦੀ ਹੁਣੇ ਗੱਲ ਕੀਤੀ ਹੈ ਕਿ ਵਿਜ਼ਿਟਰ ਵੀ ਉਦੋਂ ਆ ਸਕਦੇ ਨੇ, ਪਰ ਜਦੋਂ ਅਸੀਂ ਵੀਜ਼ਾ ਅਪਲਾਈ ਦੀ ਗੱਲ ਕਰਦੇ ਹਾਂ ਕਿ ਵੀਜ਼ਾ ਐਪਲੀਕੇਸ਼ਨਸ ਪਹਿਲਾਂ ਵੀ ਲੱਗ ਰਹੀਆਂ ਸੀ, ਪਰ ਅਪਰੂਵਲ ਜਿਹੜੇ ਟਾਈਮ ਸੀਗਾ ਉਹ ਟਾਈਮ ਪੀਰੀਅਡ ਵੱਧ ਰਿਹਾ ਸੀ। ਹੁਣ ਰਾਈਟ ਟਾਈਮ ਹੈਗਾ ਅਪਲਾਈ ਕਰਨ ਦਾ, ਜਾਂ ਉਹਨਾਂ ਨੂੰ ਵੇਟ ਕਰ ਲੈਣੀ ਚਾਹੀਦੀ ਹੈ ਸੈਪਟੈਂਬਰ ਤੱਕ? ਮੇਰੇ ਖਿਆਲ ਸੈਪਟੈਂਬਰ ਦੇ ਵਿੱਚ ਅਪਲਾਈ ਕਰਨਾ ਜ਼ਿਆਦਾ ਬੈਟਰ ਹੈ। ਕਰਤਾ ਇਸ ਟਾਈਮ ਵੀ ਸਕਦੇ ਅਪਲਾਈ, ਪਰ ਪ੍ਰੋਸੈਸ ਥੋੜਾ ਲੌਂਗ ਹੋ ਸਕਦਾ ਫਿਰ, ਤੇ ਰਿਕੁਆਇਰਮੈਂਟਸ ਬਹੁਤ ਜ਼ਿਆਦਾ, ਜੇ ਅਦਰਵਾਈਜ਼ ਵੀ ਅਲਾਉਡ ਨਹੀਂ ਹੈ। ਜੇ ਵਿਜ਼ਟਰ ਦਾ ਕੋਈ ਇੱਥੇ ਰਿਲੇਟਿਵ ਨਹੀਂ ਹੈ ਤਾਂ ਫਿਰ ਉਹਨੂੰ ਪਹਿਲੇ ਲੈਟਰ ਆਫ ਆਥੋਰਾਈਜੇਸ਼ਨ ਲੈਣੀ ਪੈਂਦੀ ਹੈ। ਫਿਲਹਾਲ ਇਸ ਕਰਕੇ ਥੋੜਾ ਲੇਟ ਅਪਲਾਈ ਕਰਨਾ ਚਾਹੀਦਾ। ਬਿਲਕੁਲ ਮਿਸਟਰ ਗਾਲਰਾ, ਜਿਵੇਂ ਹੁਣ ਤੁਸੀਂ ਕਿਹਾ ਕਿ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਹੈਗੇ ਨੇ ਉਹ ਆ ਸਕਦੇ ਹੈਗੇ ਨੇ, ਜਾਂ ਜੇ ਕਿਸੇ ਦਾ ਸਪਾਊਸ ਹੈਗਾ ਆ ਜਾਂ ਉਹ ਬੈਕ ਹੋਮ ਹੈ ਉਹ ਆ ਸਕਦਾ, ਪਰ ਡਾਇਰੈਕਟ ਫਲਾਈਟ ਨਹੀਂ ਆ ਰਹੀਆਂ, ਉਹਨਾਂ ਨੂੰ ਕਿਸੇ ਹੋਰ ਕੰਟਰੀ ਦੇ ਵਿੱਚੋਂ ਆਉਣਾ ਪਏਗਾ ਤੇ ਉੱਥੋਂ ਵੀ PCR ਟੈਸਟ ਕਰਵਾਉਣਾ ਪਏਗਾ। ਡਾਇਰੈਕਟ ਫੈਮਿਲੀ ਜਿਹੜਾ ਇਮੀਡੀਏਟ ਫੈਮਿਲੀ ਮੈਂਬਰ ਤਾਂ ਡਾਇਰੈਕਟ ਵੀ ਆ ਸਕਦੇ ਨਹੀਂ, ਡਾਇਰੈਕਟ ਫਲਾਈਟਸ ਹੀ ਨਹੀਂ ਆ ਰਹੀਆਂ, ਫਿਰ ਉਹਨਾਂ ਨੂੰ PCR ਟੈਸਟ ਆ ਰਹੀਆਂ ਪਰ ਲਿਮਿਟਡ ਹੈ ਬਹੁਤ ਜ਼ਿਆਦਾ। ਪਰ ਜੇ ਤੁਸੀਂ ਕਿਸੇ ਦੂਸਰੀ ਕੰਟਰੀ ਜਾਂਦੇ ਹੋ ਉਹਨਾਂ ਨੂੰ ਫਿਰ ਉੱਥੇ ਟੈਸਟ ਕਰਵਾਉਣਾ ਪਏਗਾ। ਸੋ ਇਹ ਨਹੀਂ ਕਿ ਤੁਸੀਂ ਇੰਡੀਆ ਤੋਂ ਲੈ ਕੇ ਆ ਰਹੇ ਹੋ। ਜੀ ਬਿਲਕੁਲ, ਸੋ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਰਿਕੁਆਇਰਮੈਂਟਸ ਜਿਹੜੀਆਂ ਨੇ ਹੁਣ ਹੈਗੀਆਂ ਨੇ, ਪਰ ਜਿਵੇਂ ਤੁਸੀਂ ਕਿਹਾ ਕਿ ਰਾਈਟ ਟਾਈਮ ਉਹ ਹੋਏਗਾ ਸੈਪਟੈਂਬਰ ਦੇ ਵਿੱਚ ਜਦੋਂ ਸਾਰਾ ਕੁਝ ਓਪਨ ਹੋ ਗਿਆ, ਸੋ ਇੰਨੀਆਂ ਤੁਹਾਨੂੰ ਰਿਕੁਆਇਰਮੈਂਟਸ ਫਿਲ ਕਰਨ ਦੀ ਲੋੜ ਨਹੀਂ ਹੋਣੀ। ਹੁਣ ਅੱਗੇ ਜੇ ਗੱਲ ਕਰੀਏ ਅਸੀਂ, ਅਗਲਾ ਜਿਹੜੀ ਹੈਗੀ ਆ ਜੋ TR to PR ਸੀਗੀਆਂ, ਉਹਦੀਆਂ ਐਪਲੀਕੇਸ਼ਨਸ ਬਹੁਤ ਸਾਰੀਆਂ ਫਿਲ ਹੋ ਗਈਆਂ ਹੈਗੀਆਂ ਨੇ, ਕੀ ਅਜੇ ਵੀ ਉਹਨਾਂ ਦੀਆਂ ਐਪਲੀਕੇਸ਼ਨਸ ਕਿੰਨੀਆਂ ਰਹਿ ਗਈਆਂ ਨੇ? ਕੌਣ ਲੋਕ ਅਜੇ ਵੀ ਉੱਥੇ ਅਪਲਾਈ ਕਰ ਸਕਦੇ ਆ? ਕੈਨੇਡਾ ਨੇ ਕਾਫੀ ਬਹੁਤ ਵਧੀਆ ਟੈਂਪਰੇਰੀ ਪਾਲਿਸੀ, ਜਿਹਦਾ ਨਾਮ ਸੀ TR to PR ਪਾਥਵੇ, ਆ ਸ਼ੁਰੂ ਕੀਤੀ ਸੀ 6 ਮਈ ਨੂੰ, ਜਿਹਦੇ 90,000 ਲੋਕ ਉਹਨਾਂ ਨੇ ਇਨਵਾਈਟ ਕਰਨੇ ਸੀਗੇ। ਉਹਦੇ ਵਿੱਚ 40,000 ਇੰਟਰਨੈਸ਼ਨਲ ਸਟੂਡੈਂਟ ਸੀ ਜਿਨ੍ਹਾਂ ਨੇ ਆਪਣੀ ਇੱਥੇ ਐਜੂਕੇਸ਼ਨ ਕੀਤੀ ਤੇ ਇਸ ਟਾਈਮ ਵਰਕ ਕਰ ਰਹੇ, ਤੇ 30,000 ਸੀਗੇ ਵਰਕਰਸ ਤੇ 20,000 ਸੀਗੇ ਹੈਲਥ ਵਰਕਰਸ, 30,000 ਨਾਨ ਐਸੈਂਸ਼ੀਅਲ ਮਤਲਬ ਐਸੈਂਸ਼ੀਅਲ ਵਰਕਰਸ ਤੇ 20,000 ਹੈਲਥ ਵਰਕਰ। ਜਿਹੜੀਆਂ 40,000 ਸਟੂਡੈਂਟਸ ਤੇ ਐਸੈਂਸ਼ੀਅਲ ਵਰਕਰਸ ਵਾਲੀਆਂ ਦਾ ਫਿਲ ਹੋ ਚੁੱਕੀਆਂ ਜੀ, ਤੇ ਜਿਹੜੇ 20,000 ਹੈਲਥ ਵਰਕਰਸ ਉਹਨਾਂ ਚੋਂ ਜੇ ਬਹੁਤ ਥੋੜ੍ਹੀਆਂ ਫਿਲ ਹੋਈਆਂ, ਇੱਕ ਤਾਂ ਉਹ ਐਲੀਜੀਬਲ ਹੈਗੇ। ਉਸ ਤੋਂ ਇਲਾਵਾ ਇਹਨਾਂ ਸਾਰੀ ਕੈਟਾਗਰੀਜ਼ ਦੇ ਵਿੱਚ ਫਰੈਂਚ ਵਾਲੇ ਦੀ ਅਜੇ ਵੀ ਕੈਟਾਗਰੀ ਓਪਨ ਹੈ ਟਿਲ ਨਵੰਬਰ। ਫਰੈਂਚ ਵਾਲੇ ਕਿਉਂਕਿ ਅਨਲਿਮਿਟਿਡ ਹੈਗੇ, ਤੇ ਜੇ ਕਿਸੇ ਨੇ ਫਰੈਂਚ ਕੀਤੀ ਹੋਈ ਹੈ ਜਾਂ ਲਰਨ ਕਰ ਸਕਦਾ, ਕਿਉਂਕਿ ਇਹਦੀ ਰਿਕੁਆਇਰਮੈਂਟ ਬਹੁਤ ਥੋੜ੍ਹੀ ਹੈ, CLB-5 ਫॉर ਸਟੂਡੈਂਟਸ ਤੇ CLB-4 ਫॉर ਵਰਕਰਸ, ਤੇ ਜੇ ਉਹ ਕਰ ਸਕਦਾ ਤਾਂ ਅਜੇ ਵੀ ਐਲੀਜੀਬਲ ਹੈ ਟਿਲ ਨਵੰਬਰ। ਤੇ ਜੇ ਕੋਈ ਇਹਦੇ 'ਚ ਇੰਟਰਸਟਡ ਹੋਵੇ ਤਾਂ
ਅਜੇ ਵੀ ਚਾਂਸ ਹੈਗਾ ਉਹਨਾਂ ਕੋਲ ਡਾਇਰੈਕਟ ਪੀਆਰ ਮਿਲਣ ਵਾਲੀ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਨੇ ਉਹ ਫਿਲ ਹੋ ਗਈਆਂ ਨੇ, ਪਰ ਕੱਲੀਆਂ ਹੈਲਥ ਵਰਕਰਸ ਵਾਲੀਆਂ ਹੈਗੀਆਂ ਨੇ, ਕੀ ਚਾਂਸ ਹੈਗੇ ਕਿ ਨਵੰਬਰ ਤੋਂ ਪਹਿਲਾਂ ਇਹ ਵੀ ਫਿਲ ਹੋ ਜਾਣ? ਹੈਲਥ ਵਰਕਰ ਵਾਲੀਆਂ ਸਿਰਫ ਬਹੁਤ ਥੋੜ੍ਹੀਆਂ ਫਿਲ ਹੋਈਆਂ ਜੀ, ਕਿਉਂਕਿ ਉਹ ਲੋਕ ਐਲੀਜੀਬਲ, ਘੱਟ ਜਿਵੇਂ ਇੰਡੀਆ ਤੋਂ ਜਿਹੜੇ ਹੈਲਥ ਵਰਕਰ ਆਉਂਦੇ ਆ ਉਹ ਉਹਨਾਂ ਕੋਲ ਵਰਕ ਪਰਮਿਟ, ਉਹ ਐਲੀਜੀਬਲ ਨਹੀਂ ਹੁੰਦੇ। ਇਸ ਕਰਕੇ ਬਹੁਤ ਥੋੜ੍ਹੀ ਕੰਟਰੀਜ਼ ਆ ਜਿਹੜੀਆਂ ਔਨ ਵਰਕ ਪਰਮਿਟ ਇੱਥੇ ਆਉਂਦੇ ਆ, ਫਿਰ ਉਹ ਲੱਗਦਾ ਨਹੀਂ ਕਿ ਪੂਰੀਆਂ ਹੋਣਗੀਆਂ। ਪਰ ਫ੍ਰੈਂਚ ਵਾਲੀ ਕੈਟਾਗਰੀ ਵਰਕਰ ਸਟੂਡੈਂਟ ਅਜੇ ਵੀ ਹੈਗਾ ਜੀ। ਬਿਲਕੁਲ, ਜੇ ਕੋਈ ਹੈਲਥ ਵਰਕਰ ਨਹੀਂ ਹੈਗਾ ਹੁਣ, ਉਹ ਐਪਲੀਕੇਸ਼ਨ ਜਿਹੜੀਆਂ ਨੇ ਆਲਰੇਡੀ ਫਿਲ ਹੋ ਗਈਆਂ ਨੇ, ਸੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਕਿੰਨੇ ਕੁ ਚਾਂਸਸ ਹੈਗੇ ਨੇ ਜੇ ਉੱਥੇ ਉਹ ਆਪਣਾ ਪ੍ਰੋਫਾਈਲ ਬੁਲਾਉਂਦੇ ਨੇ ਤੇ ਉਹਨਾਂ ਦਾ ਜਿਹੜਾ ਸਕੋਰ ਹੈ ਕਿੱਥੋਂ ਕੁ ਤੱਕ ਆ ਰਿਹਾ, ਕੀ ਅੱਜ ਦਾ ਸਟੇਟਸ ਹੈ? ਕੈਨੇਡੀਅਨ ਐਕਸਪੀਰੀਅੰਸ ਕਲਾਸ ਤਾਂ ਐਜ਼ ਇਟ ਇਜ਼ ਚੱਲ ਰਿਹਾ, ਜਿਵੇਂ ਪਹਿਲੇ ਚੱਲ ਰਿਹਾ ਸੀ, ਐਕਸਪ੍ਰੈਸ ਐਂਟਰੀ ਪ੍ਰੋਗਰਾਮ ਕਹਿੰਦੇ ਆ। ਉਹਨਾਂ ਦਾ ਸਕੋਰ ਜਿਵੇਂ ਹੁਣ ਅੱਜ ਪੀਐਨਪੀ ਦਾ ਇੱਕ ਅੱਜ ਸਕੋਰ ਆਇਆ 734 ਦੇ ਪੀਐਨਪੀ ਦੇ ਵਿੱਚ ਹੁੰਦਾ ਹੈ ਕਿ 600 ਪੁਆਇੰਟਸ ਪੀਐਨਪੀ ਤੇ ਉਹਨਾਂ ਨੂੰ ਐਡ ਹੁੰਦੇ ਆ, ਤਾਂ ਐਕਚੁਅਲੀ ਸਕੋਰ 134 ਹੈ। ਪੀਐਨਪੀ ਵਾਲੇ ਉਹ ਹੈ ਜਿਹਨੇ ਬੀਐਸਸੀ ਪੀਐਨਪੀ ਜਾਂ ਓਨਟਾਰੀਓ ਪੀਐਨਪੀ ਤੋਂ ਕੋਈ ਜੌਬ ਆਫਰ ਉਹਦੇ ਕੋਲ ਹੈਗੀ ਤੇ ਉਹਨਾਂ ਨੇ ਲਗਾਇਆ। ਤੇ ਦੂਸਰਾ ਸਕੋਰ ਜਿਹੜਾ ਉਹ ਵੀ ਕਾਫੀ ਘੱਟ ਰਿਹਾ ਜੇ ਕਿਉਂਕਿ ਇਹਨਾਂ ਨੇ ਕਾਫੀ ਜ਼ਿਆਦਾ ਈਜ਼ੀ ਕੀਤਾ ਹੈ, ਜਿਹੜੇ ਆਲਰੇਡੀ ਲੋਕ ਅੰਦਰ ਹੈਗੇ ਜਿਹਨਾਂ ਕੋਲ 1 ਈਅਰ ਐਕਸਪੀਰੀਅੰਸ ਹੈਗਾ, ਨੌਕ ਬੀ ਜੌਬ ਐਟਲੀਸਟ, ਤਾਂ ਉਹ ਅਪਲਾਈ ਕਰ ਸਕਦੇ ਐਕਸਪ੍ਰੈਸ ਐਂਟਰੀ। ਉਹ ਐਜ਼ ਇਟ ਇਜ਼ ਚੱਲ ਰਿਹਾ ਜੀ, ਉਹਦੇ 'ਚ ਕੋਈ ਚੇਂਜ ਨਹੀਂ ਹੋਇਆ। ਤੇ ਪਰ ਇਹ ਹੈ ਕਿ ਜਿਹੜੇ ਉਸ ਐਕਸਪੀਰੀਅੰਸ ਕਲਾਸ 'ਚ ਲਗਾਉਣਾ ਚਾਹੁੰਦੇ ਉਹਨਾਂ ਨੂੰ ਪ੍ਰੋਫਾਈਲਿੰਗ ਜਿਹੜੀ ਆਪਦੀ ਜ਼ਰੂਰ ਛੇਤੀ ਤੋਂ ਛੇਤੀ ਬਣਾ ਲੈਣੀ ਚਾਹੀਦੀ ਹੈ, ਕਿਉਂਕਿ ਕਈਆਂ ਨੇ ਅਜੇ ਪ੍ਰੋਫਾਈਲ ਆਪਣੀ ਕ੍ਰੀਏਟ ਨਹੀਂ ਕੀਤੀ ਹੈਗੀ। ਸੋ ਇਹਨਾਂ ਦੇ ਲਈ ਪਲੱਸ ਪੁਆਇੰਟ ਹੋ ਸਕਦਾ ਹੈ ਕਿ ਕਦੇ ਵੀ ਉਹਦਾ ਸਕੋਰ ਘੱਟ ਵੀ ਆ ਸਕਦਾ, ਸੋ ਉਦੋਂ ਇਹ ਆਪਣੀ ਫਾਈਲ ਜਿਹੜੀ ਉਹ ਲਗਾ ਸਕਦੇ ਆ। ਇੱਕ ਵਾਰ ਹਿਸਟਰੀ 'ਚ ਐਵੇਂ ਹੋਇਆ ਜੀ, ਫਸਟ ਟਾਈਮ ਇਨ ਹਿਸਟਰੀ, ਕਿ ਜਦੋਂ 75 ਸਕੋਰ ਡ੍ਰੌਪ ਹੋਇਆ ਸੀ, ਤਾਂ ਹੁਣ ਜਿਹੜੇ ਲੋਕਾਂ ਨੇ ਫਾਈਲ ਲਗਾਈ ਸੀ ਸਭ ਨੂੰ ਇਨਵੀਟੇਸ਼ਨ ਆ ਗਿਆ ਸੀ, ਪਰ ਜਿਨ੍ਹਾਂ ਨੇ ਨਹੀਂ ਲਗਾਈ ਸੀ ਉਹ ਫਿਰ ਸਕੋਰ ਗ੍ਰੈਜੂਅਲੀ ਅਪ ਜਾਂਦਾ ਗਿਆ। ਇਸ ਕਰਕੇ ਟਾਈਮ ਸਿਰ ਲਗਾ ਦਿੱਤੀ ਜਾਵੇ, ਅਪ ਟੂ ਡੇਟ ਜਿਹੜਾ ਉਹ ਤੁਹਾਨੂੰ ਰਹਿਣਾ ਚਾਹੀਦਾ ਹੈਗਾ। ਸੋ ਮਿਸਟਰ ਕਾਲਰਾ, ਜਿਵੇਂ ਹੁਣ ਅਸੀਂ ਜਦੋਂ ਨਿਊਜ਼ ਦੀ ਗੱਲ ਕਰਦੇ ਹਾਂ, ਨਿਊਜ਼ ਦੇਖਦੇ ਹਾਂ, ਤੇ ਜਿਹੜੀ ਸੁਰਖੀਆਂ ਦੇ ਵਿੱਚ ਗੱਲ ਜਿਹੜੀ ਹੈ ਹੈਡਲਾਈਨਸ ਬਣੀ ਹੋਈ ਆ ਉਹ ਹੈਗੀ ਹੈ ਡਿਪੋਰਟ ਕਰਵਾ ਦਿੱਤਾ ਜਾਊਗਾ ਤੁਹਾਨੂੰ ਕੈਨੇਡਾ 'ਚੋਂ ਜੇ ਤੁਸੀਂ ਕਿਸੇ ਨੂੰ ਮਿਸ ਰਿਪਰੈਜ਼ੈਂਟ ਕੀਤਾ ਹੈ। ਪਰ ਹੁਣ ਡੀਪੋਰਟੇਸ਼ਨ ਜਦੋਂ ਅਸੀਂ ਓਵਰਆਲ ਗੱਲ ਕਰਦੇ ਹਾਂ, ਕਿਸੇ ਨੂੰ ਡੀਪੋਰਟ ਕਰ ਦੇਣਾ ਕੈਨੇਡਾ ਤੋਂ ਕਿੰਨਾ ਕੁ ਸੌਖਾ? ਮਿਸਟਰ ਟਰੂਡੋ ਨੇ ਵੀ ਕੱਲ੍ਹ ਅਨਾਊਂਸ ਕੀਤਾ ਜੀ, ਜਿਹੜੀ ਜੋ ਲੀਗਲ ਸਿਸਟਮ ਚੱਲੂਗਾ, ਡੈਪੂਟੇਸ਼ਨ ਕੈਨੇਡਾ ਡਿਸਕ੍ਰਿਮੀਨੇਟ ਨਹੀਂ ਕਰਦਾ ਵੈਦਰ ਕੋਈ ਵਰਕ ਪਰਮਿਟ ਤੇ ਕੋਈ ਸਟੂਡੈਂਟ ਹੈ ਜਾਂ ਪੀਆਰ ਹੈ। ਇਵਨ ਪੀਆਰ ਵੀ ਜੇ ਕੋਈ ਸੀਰੀਅਸ ਅਫੈਂਸ ਕਰਦਾ, ਜੈਸੇ ਡਰਾਈਵਿੰਗ ਅੰਡਰ ਇਨਫਲੂਐਂਸ ਹੈ ਜਾਂ ਤੇ ਕੋਈ ਸੀਰੀਅਸ ਅਫੈਂਸ ਕਰਦਾ, ਤਾਂ ਇਵਨ ਪੀਆਰ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ। ਪਰ ਉਹਦੀ ਸਿਸਟਮ ਲੀਗਲ ਫਾਰਮੈਲਿਟੀਜ਼ ਜੋ ਹੈ ਉਹਦੇ ਹਿਸਾਬ ਨਾਲ ਚੱਲੂਗਾ। ਜੇ ਮਤਲਬ ਐਵੇਂ ਸਡਨਲੀ ਇੱਕਦਮ ਕਿਸੇ ਨੂੰ ਡਿਪੋਰਟ ਤਾਂ ਨਹੀਂ ਕਰਦੇ, ਪਰ ਉਹ ਕਹਿੰਦੇ ਕਿ ਅਸੀਂ ਇਹਦੇ ਬਾਰੇ ਸਟ੍ਰਿਕਟਲੀ ਸੋਚਣਗੇ। ਬਾਕੀ ਜੋ ਲੀਗਲ ਸਿਸਟਮ ਬਣੂਗਾ ਗਵਰਨਮੈਂਟ ਦਾ ਉਹ ਤਾਂ ਉਵੇਂ ਚੱਲੂਗਾ। ਬਿਲਕੁਲ, ਸੋ ਇਹ ਹੈ ਕਿ ਡਿਪੋਰਟੇਸ਼ਨ ਜਿਹੜੀ ਉਹ ਇੰਨੀ ਸੌਖੀ ਨਹੀਂ, ਪਰ ਜੇ ਤੁਸੀਂ ਸਿਸਟਮ ਦੇ ਨਾਲ ਅਬਿਊਜ਼ ਕੀਤਾ ਤਾਂ ਜ਼ਰੂਰ ਜਿਹੜਾ ਡਿਪੋਰਟੇਸ਼ਨ ਤੁਹਾਨੂੰ ਲੱਗ ਸਕਦੀ ਹੈ, ਡਿਪੋਰਟ ਹੋ ਸਕਦੇ ਆ, ਕਿਉਂਕਿ ਬਹੁਤ ਘੱਟ ਮਾਮਲੇ ਇਹੋ ਜਿਹੇ ਸਾਹਮਣੇ ਆਉਂਦੇ ਆ ਜਿੱਥੇ ਡਿਪੋਰਟੇਸ਼ਨ ਲੱਗਦੀ ਹੈਗੀ। ਅਦਰਵਾਈਜ਼ ਜਿਹੜੇ ਆ ਸਾਰਾ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਹੀ ਜਿਹੜੀ ਇਮੀਗ੍ਰੇਸ਼ਨ ਸਿਸਟਮ ਉਹ ਡਿਪੈਂਡ ਕਰਦਾ। ਹੁਣ ਅਸੀਂ ਤੁਹਾਡੇ ਬਾਰੇ ਗੱਲ ਕਰ ਲਈਏ, ਜਦੋਂ ਅਸੀਂ ਕੈਪੀਲਾਨੋ ਦੀ ਗੱਲ ਕਰਦੇ ਹਾਂ, ਇਮੀਗ੍ਰੇਸ਼ਨ ਕੰਸਲਟੈਂਟ ਲਿਮਿਟਿਡ ਕੰਪਨੀ ਦੀ ਗੱਲ ਕਰਦੇ ਹਾਂ, ਕਿਹੜੀਆਂ ਸਰਵਿਸਿਜ਼ ਤੁਹਾਡੇ ਦੁਆਰਾ ਜਿਹੜੀਆਂ ਦਿੱਤੀਆਂ ਜਾਂਦੀਆਂ ਲੋਕਾਂ ਨੂੰ? ਬਸ ਇਮੀਗ੍ਰੇਸ਼ਨ ਦੀਆਂ ਮੋਸਟ ਆਫ ਦਾ ਸਰਵਿਸਿਜ਼ ਅਸੀਂ ਦੇ ਰਹੇ ਹਾਂ। ਸਭ ਤੋਂ ਪਹਿਲੇ ਜਿਵੇਂ ਸਟੂਡੈਂਟ ਵੀਜ਼ਾ, ਜਿਵੇਂ ਕਿਸੇ ਨੇ ਸਟੂਡੈਂਟ ਨੇ ਅਪਲਾਈ ਕਰਨਾ ਇੰਡੀਆ ਤੋਂ ਜਾਂ ਫਿਰ ਫॉर दैट मैटर एनी कंट्री, ਸਟੂਡੈਂਟ ਵੀਜ਼ਾ। ਸੈਕੰਡਲੀ ਐਕਸਪ੍ਰੈਸ ਐਂਟਰੀ ਦੇ ਜਿਹੜੇ ਪ੍ਰੋਗਰਾਮਸ ਹੈ, ਫੈਡਰਲ ਸਕਿੱਲ ਵਰਕਰ ਪ੍ਰੋਗਰਾਮ ਹੈ, ਜਿਵੇਂ ਆਊਟ ਆਫ ਕੈਨੇਡਾ ਜਿਹਨੇ ਅਪਲਾਈ ਕਰਨਾ। ਤੇ ਦੂਸਰਾ ਹੈਗਾ ਕੈਨੇਡੀਅਨ ਐਕਸਪੀਰੀਅੰਸ, ਜਿਹਦੀ ਤੁਸੀਂ ਹੁਣੇ ਗੱਲ ਕੀਤੀ। ਜੇ ਕੋਈ ਕੈਨੇਡਾ ਦੇ ਵਿੱਚ ਹੈਗਾ ਆਲਰੇਡੀ 1 ਈਅਰ ਦਾ ਐਕਸਪੀਰੀਅੰਸ ਹੈਗਾ ਤੇ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਕਰ ਸਕਦਾ। ਇਸ ਤੋਂ ਇਲਾਵਾ ਫੈਡਰਲ ਸਕੇਲ ਟ੍ਰੇਡ ਪ੍ਰੋਗਰਾਮ ਹੁੰਦਾ ਹੈ ਕਿ ਜਿਵੇਂ ਕੋਈ ਕਿਸੇ ਟ੍ਰੇਡ ਦੇ ਵਿੱਚ ਹੈ, ਸੇ ਕੋਈ ਪਲੰਬਰ ਹੈ, ਕੋਈ ਇਲੈਕਟ੍ਰੀਸ਼ੀਅਨ ਹੈ, ਕੋਈ ਟ੍ਰੇਡ ਦੇ ਵਿੱਚ ਜਿਹਦੇ ਕੋਲ ਸਰਟੀਫਿਕੇਸ਼ਨ ਹੈਗੀ ਹੈ ਜਾਂ ਐਕਸਪੀਰੀਅੰਸ ਹੈ, ਉਹਦੇ 'ਚ ਅਪਲਾਈ ਕਰ ਸਕਦਾ। ਉਸ ਤੋਂ ਇਲਾਵਾ ਵਰਕ ਪਰਮਿਟ ਐਪਲੀਕੇਸ਼ਨਸ ਹੁੰਦੀਆਂ, ਜੇ ਕੋਈ ਬਾਹਰੋਂ ਅਪਲਾਈ ਕਰ ਰਿਹਾ ਉਹਦੇ ਵਾਸਤੇ, ਜਾਂ ਫਿਰ ਜਿਹੜਾ ਇੱਥੇ ਆਲਰੇਡੀ ਸਟੂਡੈਂਟ ਹੈਗਾ ਉਹਨੇ ਆਪਣੀ ਵਰਕ ਪਰਮਿਟ ਲਗਾਉਣੀ ਹੈ ਜਾਂ ਵਰਕ ਪਰਮਿਟ ਐਕਸਟੈਂਸ਼ਨਸ ਕਰਨੀਆਂ, ਸਟੱਡੀ ਪਰਮਿਟ ਐਕਸਟੈਂਸ਼ਨ ਕਰਨੀ ਹੈ, ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ। ਉਸ ਤੋਂ ਇਲਾਵਾ ਬਿਜ਼ਨਸ ਪ੍ਰੋਗਰਾਮ ਅੱਜ ਕੱਲ੍ਹ ਨਵੇਂ ਹੈਗੇ ਕਾਫੀ, ਇੱਕ ਉਹ ਵੀ ਉਹਦੇ 'ਚ ਵੀ ਵਰਕ ਕਰ ਰਹੇ। ਇੱਕ ਵਰਕ ਪਰਮਿਟ ਦਾ ਪ੍ਰੋਗਰਾਮ ਹੈ C11 ਪ੍ਰੋਗਰਾਮ, ਜਸਟ ਫॉर ਬਿਜ਼ਨਸ। ਜੇ ਕਿਸੇ ਨੇ ਇੱਥੇ ਆਪਣਾ ਬਿਜ਼ਨਸ ਕੋਈ ਫੋਰਨਰ ਇਸਟੈਬਲਿਸ਼ ਕਰ ਸਕਦਾ, ਪਰ ਉਹਦੇ ਵਾਸਤੇ ਉਹਨੂੰ ਵਰਕ ਪਰਮਿਟ ਆਪਣਾ ਅਪਲਾਈ ਕਰਨਾ ਪੈਂਦਾ, ਜਸਟ ਲਾਈਕ ਓਨਰ ਆਪਣਾ ਵਰਕ ਪਰਮਿਟ ਕਰਕੇ ਆਉਂਦਾ। ਇੱਕ ਉਹ ਵੀ ਪ੍ਰੋਗਰਾਮਸ ਕਾਫੀ ਵਧੀਆ ਹੈਗੇ ਜੀ। ਬਿਲਕੁਲ, ਜੇ ਤੁਹਾਡੇ ਨਾਲ ਕਿਸੇ ਨੇ ਗੱਲ ਕਰਨੀ ਹੋਵੇ ਜਾਂ ਕਿਸੇ ਨੇ ਕੰਸਲਟੇਸ਼ਨ ਲੈਣੀ ਹੋਵੇ, ਸੋ ਉਹ ਤੁਹਾਡਾ ਆਫਿਸ ਕਿੱਥੇ ਹੈਗਾ ਤੇ ਕਿਸ ਤਰ੍ਹਾਂ ਤੁਹਾਡੇ ਨਾਲ ਕੰਸਲਟ ਕੀਤਾ ਜਾ ਸਕਦਾ? ਸਾਡਾ ਪਾਇਲ ਬਿਜ਼ਨਸ ਸੈਂਟਰ ਵਿੱਚ ਆਫਿਸ ਹੈ ਜੀ, ਯੂਨਿਟ ਨੰਬਰ 201 12885 80 ਐਵਨਿਊ। ਤੇ ਇਵਨ ਅੱਜ ਕੱਲ੍ਹ ਤਾਂ ਬਹੁਤ ਈਜ਼ੀ ਹੋ ਗਿਆ, ਤੁਸੀਂ ਜ਼ੂਮ ਤੇ ਕੰਸਲਟੇਸ਼ਨ ਵੀ ਅਸੀਂ ਰੂਟੀਨਲੀ ਪ੍ਰੋਵਾਈਡ ਕਰ ਰਹੇ ਹਾਂ ਇੰਡੀਆ ਵਿੱਚ ਵੀ।
ਤੇ ਜੇ ਕੋਈ ਨਹੀਂ ਆ ਸਕਦਾ ਤਾਂ ਜ਼ੂਮ ਤੇ ਕੰਸਲਟੇਸ਼ਨ ਵੀ ਕਰ ਸਕਦੇ ਹਾਂ, WhatsApp ਕੰਸਲਟੇਸ਼ਨ ਵੀਡੀਓ ਉਹ ਅਸੀਂ ਰੂਟੀਨਲੀ ਕਰ ਰਹੇ ਹਾਂ। ਅੱਜ ਕੱਲ੍ਹ ਕੋਵਿਡ ਨੇ ਸਾਰਿਆਂ ਨੂੰ ਸਿਖਾ ਦਿੱਤਾ ਹੈ ਕਿ ਤੁਸੀਂ ਆ ਵੀ ਕਰ ਸਕਦੇ ਜੀ ਬਿਲਕੁਲ, ਨਵਾਂ ਮੀਨਸ ਜਿਹੜੀਆਂ ਨੇ, ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਕਸਪਲੋਰ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਸੋ ਇਹ ਹੈ ਕਿ ਜੇ ਕੋਈ ਨਹੀਂ ਚਾਹੁੰਦਾ ਕਿ ਅਸੀਂ ਇਨ ਪਰਸਨ ਗੱਲ ਕਰਨੀ ਹੈ ਤਾਂ ਜ਼ੂਮ ਦੇ ਰਾਹੀਂ, ਵੀਡੀਓ ਕਾਲ ਦੇ ਰਾਹੀਂ ਤੁਸੀਂ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰ ਸਕਦੇ ਆ। ਸੋ ਤੁਸੀਂ, ਤੁਹਾਡੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਵੀਕਲੀ ਸਾਰੇ ਦਿਨ ਖੁੱਲ੍ਹੇ ਹੈਗੇ ਆ ਜਾਂ ਕੋਈ ਪਰਟੀਕੂਲਰ ਡੇਜ਼ ਹੈਗੇ ਨੇ? ਅਸੀਂ 5 ਡੇਜ਼ ਅ ਵੀਕ ਤੋਂ ਓਪਨ ਹੀ ਆ ਜੀ, ਬਾਕੀ ਸੈਟਰਡੇ ਔਨ ਅਪਾਇੰਟਮੈਂਟ ਅਸੀਂ ਕਰ ਰਹੇ ਹਾਂ। ਜੇ ਕੋਈ ਅਪਾਇੰਟਮੈਂਟ ਲੈ ਕੇ ਆਉਣਾ ਚਾਹੁੰਦਾ ਤਾਂ ਸੈਟਰਡੇ ਵੀ ਆ ਸਕਦਾ। ਜੀ ਬਿਲਕੁਲ। ਸੋ ਅੱਜ ਤੁਸੀਂ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਵੱਖ-ਵੱਖ ਟੌਪਿਕਸ ਦੇ ਉੱਤੇ। ਸੋ ਅੱਜ ਜੇ ਮੈਸੇਜ ਦੀ ਗੱਲ ਕਰੀਏ ਤੇ ਲਾਸਟ ਦੇ ਉੱਤੇ ਜਿਹੜੇ ਲੋਕ ਅਜੇ ਵੀ ਚਾਹੁੰਦੇ ਨੇ ਕਿ ਅਸੀਂ, ਚਾਹੇ ਉਹ ਕੈਨੇਡਾ ਤੋਂ ਬਾਹਰ ਬੈਠੇ ਨੇ ਜਾਂ ਕੈਨੇਡਾ ਦੇ ਵਿੱਚ ਬੈਠੇ ਨੇ, PR ਦੇ ਲਈ ਸੋਚ ਰਹੇ ਨੇ, ਅਪਲਾਈ ਕਰਨਾ ਸੋਚ ਰਹੇ ਨੇ, ਉਹਨਾਂ ਦੇ ਲਈ ਮੈਸੇਜ ਕੀ ਹੋਵੇਗਾ? ਇਸ ਟਾਈਮ ਕੈਨੇਡਾ ਸਭ ਤੋਂ ਜ਼ਿਆਦਾ ਓਪਨ ਹੈ। ਜੇ ਆਪਾਂ ਆਲ ਕੰਟਰੀਜ਼ ਚ ਲਾਈਏ, ਆਸਟ੍ਰੇਲੀਆ, ਨਿਊਜ਼ੀਲੈਂਡ, ਉਹਦਾ ਡੈਮੋਨਸਟ੍ਰੇਸ਼ਨ ਚੱਲ ਰਿਹਾ ਹੈ ਕਿ ਉਹ ਜਿਹੜੇ ਆਲਰੇਡੀ ਇੰਨੇ ਸਾਲਾਂ ਤੋਂ ਬੈਠੇ ਪਰ ਉਹਨੂੰ PR ਨਹੀਂ ਮਿਲ ਰਿਹਾ, ਤੇ ਕੈਨੇਡਾ ਜਿਹੜੇ ਇੱਥੇ ਅੰਦਰ ਹੈਗੇ ਉਹਨਾਂ ਨੂੰ ਬਹੁਤ ਈਜ਼ੀਲੀ PR ਦੇ ਰਿਹਾ। ਤਾਂ ਕੈਨੇਡਾ ਐਜ਼ ਐਟ ਦਿਸ ਟਾਈਮ ਬੈਸਟ ਕੰਟਰੀ ਹੈ ਬਹੁਤ। ਤੇ ਇਸ ਕਰਕੇ ਤੁਹਾਨੂੰ ਜੇ ਤੁਸੀਂ ਇੰਟਰਸਟਿਡ ਹੈਗੇ ਹੋ ਤਾਂ ਜਲਦੀ ਤੋਂ ਜਲਦੀ ਆਪਣਾ ਪ੍ਰੋਫਾਈਲ, ਆਪਣੀ IELTS, ਆਪਣੀ ਐਜੂਕੇਸ਼ਨ ਸਾਰਾ ਕੁਝ ਕਰਕੇ ਤੇ ਅਪਲਾਈ ਕਰਨਾ ਚਾਹੀਦਾ। ਜੇ PR ਵਾਸਤੇ ਐਲੀਜੀਬਲ ਹੋ ਤਾਂ ਨਥਿੰਗ ਲਾਈਕ ਦੈਟ, ਤੇ ਅਦਰਵਾਈਜ਼ ਫਿਰ ਹੋਰ ਆਪਸ਼ਨਸ, ਸਟੂਡੈਂਟ ਵਰਕ ਪਰਮਿਟ, ਉਹ ਆਪਸ਼ਨਸ ਵੀ ਹੈਗੀਆਂ ਤੇ ਅਸੀਂ ਉਹਦੇ 'ਚ ਬਹੁਤ ਵਧੀਆ ਤਰ੍ਹਾਂ ਗਾਈਡ ਕਰ ਸਕਦੇ ਹਾਂ ਤੇ ਜੈਨੂਅਨ, ਟਰਾਂਸਪੇਰੈਂਟ ਬਿਲਕੁਲ ਇਨਫੋਰਮੇਸ਼ਨ ਦੇਵਾਂ। ਬਿਲਕੁਲ। ਸੋ ਇਹ ਕਹਿ ਸਕਦੇ ਹਾਂ ਕਿ ਅੱਜ ਦੇ ਟਾਈਮ ਦੇ ਉੱਤੇ ਜਿਹੜਾ ਹੈ ਚੰਗਾ ਕੰਸਲਟੈਂਟ ਹੋਣਾ ਪਹਿਲੀ ਗੱਲ ਤਾਂ ਜ਼ਰੂਰੀ ਹੈ। ਜੇ ਤੁਸੀਂ ਖੁਦ ਨਹੀਂ ਦੇਖ ਸਕਦੇ ਸੋ IRCC ਦੇ ਅਪਰੂਵ ਹੋਣੇ ਚਾਹੀਦੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖਦੇ ਹੋਏ, ਤੇ ਜੇ ਤੁਹਾਨੂੰ ਅਜੇ ਵੀ ਕਨਫਿਊਜ਼ਨ ਹੈਗੀ ਹੈ ਤਾਂ ਤੁਸੀਂ ਤਾਂ ਹੈ ਹੀ, ਤੁਹਾਡੇ ਨਾਲ ਜਿਹੜੀ ਕੰਸਲਟੇਸ਼ਨ ਜਿਹੜੀ ਉਹ ਕੀਤੀ ਜਾ ਸਕਦੀ ਹੈ। ਸੋ ਥੈਂਕ ਯੂ ਸੋ ਮਚ, ਅੱਜ ਦੇ ਲਈ ਸਟੂਡੀਓ ਦੇ ਵਿੱਚ ਤੁਸੀਂ ਆਏ ਤੇ ਸਾਡੇ ਨਾਲ ਇੰਨੀ ਇਨਫੋਰਮੇਸ਼ਨ ਸ਼ੇਅਰ ਕੀਤੀ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਮਿਸਟਰ ਕਾਲੜਾ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਸੀ, ਮਿਸਟਰ ਚਰਨਜੀਤ ਕਾਲੜਾ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਨਵੀਆਂ ਕਿਹੜੀਆਂ ਪਾਲਿਸੀਜ਼ ਆਈਆਂ ਹੋਈਆਂ ਨੇ, ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ PR ਹੋਣਾ ਚਾਹੁੰਦੇ ਹੋ, ਸਟੂਡੈਂਟ ਵੀਜ਼ੇ ਤੇ ਹੋ, ਐਸੈਂਸ਼ੀਅਲ ਵਰਕਰਸ ਹੋ, ਸੋ ਕਿਸ ਤਰ੍ਹਾਂ ਤੁਸੀਂ ਆਪਣੀ ਫਾਈਲ ਜਿਹੜੀ ਹੈ ਪ੍ਰੋਸੈਸ ਕਰ ਸਕਦੇ ਹੋ, ਜਾਂ ਤੁਸੀਂ ਕੈਨੇਡਾ ਤੋਂ ਬਾਹਰ ਬੈਠੇ ਹੋ ਪਰ ਕੈਨੇਡਾ ਆਉਣਾ ਚਾਹੁੰਦੇ ਹੋ, ਸਟੱਡੀ ਵੀਜ਼ੇ ਤੇ ਆਉਣਾ ਚਾਹੁੰਦੇ ਹੋ, ਟੈਂਪਰੇਰੀ ਵਰਕਰ ਦੇ ਤੌਰ ਦੇ ਉੱਤੇ ਆਉਣਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਵੀ ਜੇ ਇੱਥੇ ਬੈਠੇ ਹੋ ਤਾਂ ਆਪਣੇ ਪੇਰੈਂਟਸ ਨੂੰ ਉੱਥੋਂ ਬੁਲਾਉਣਾ ਚਾਹੁੰਦੇ ਹੋ। ਸੋ ਬਹੁਤ ਸਾਰੇ ਰਸਤੇ ਹੈਗੇ ਨੇ ਕਿ ਤੁਸੀਂ ਇੱਕ ਵਧੀਆ ਜ਼ਿੰਦਗੀ ਦੇ ਲਈ ਵਧੀਆ ਮੁਲਕ ਦੇ ਵਿੱਚ ਆ ਸਕਦੇ ਹੈਗੇ ਹੋ, ਕਿਉਂਕਿ ਜਿਵੇਂ ਮਿਸਟਰ ਕਾਲੜਾ ਨੇ ਕਿਹਾ ਕਿ ਇਸ ਵਾਰ ਇਸ ਟਾਈਮ ਦੇ ਉੱਤੇ ਲੋਕਾਂ ਦੀ ਪ੍ਰਾਇੋਰਟੀ ਬਣਿਆ ਹੋਇਆ ਕੈਨੇਡਾ, ਕਿ ਕੈਨੇਡਾ ਦੇ ਵਿੱਚ ਆ ਕੇ ਸੈਟਲ ਹੋਣਾ ਹੈ। ਸੋ ਤੁਹਾਡੇ ਕੋਲ ਵੀ ਓਪਰਚੁਨਿਟੀ ਹੈਗੀ ਹੈ ਤੇ ਤੁਸੀਂ ਕੰਸਲਟ ਕਰ ਸਕਦੇ ਹੋ। ਕੰਸਲਟੇਸ਼ਨ ਚਾਹੀਦੀ ਹੈ ਤਾਂ ਤੁਸੀਂ ਕੈਪੀਲੈਨੋ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਿਡ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੇ ਉਹਨਾਂ ਨੂੰ ਫੋਨ ਕਰਨਾ ਚਾਹੁੰਦੇ ਆ ਤੇ ਜੇ ਮਿਸਟਰ ਕਾਲੜਾ ਨੂੰ ਫੋਨ ਕਰਨਾ ਤਾਂ ਤੁਸੀਂ 778 896 9552 ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ, ਜਾਂ ਫਿਰ ਇਹਨਾਂ ਦੇ ਜਿਹੜੇ ਪਾਰਟਨਰ ਨੇ ਬਾਨੀ ਅਰੋੜਾ, ਉਹਨਾਂ ਨੂੰ ਫੋਨ ਕਰ ਸਕਦੇ ਹੋ 7788392350। ਸੋ ਇਹਨਾਂ ਦੋਨਾਂ ਨੰਬਰਸ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਡੇ ਸਕਰੀਨ ਦੇ ਉੱਤੇ ਵੀ ਨੰਬਰ ਚੱਲ ਰਹੇ ਨੇ। ਤੁਸੀਂ ਇਨਫੋਰਮੇਸ਼ਨ ਇੱਥੋਂ ਲੈ ਕੇ ਤੁਸੀਂ ਇਹਨਾਂ ਨਾਲ ਕੰਸਲਟ ਕਰ ਸਕਦੇ ਹੋ ਤੇ ਤੁਸੀਂ ਜਿਹੜੀ ਆ ਵਧੀਆ ਇਨਫੋਰਮੇਸ਼ਨ ਉਹ ਲੈ ਸਕਦੇ ਹੋ। ਤੇ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਇਨਫੋਰਮੇਸ਼ਨ ਪਹੁੰਚਾਉਂਦੇ ਰਵਾਂਗੇ, ਨਵੀਆਂ ਤੇ ਤਾਜ਼ਾ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਕੀ ਜਾਣਕਾਰੀ ਹੈ ਇਮੀਗ੍ਰੇਸ਼ਨ ਦੇ ਰਿਲੇਟਡ, ਉਹ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਰਵਾਂਗੇ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। सब्सक्राइब our channel and press the bell icon ताकि कोई भी नवी अपडेट तुझे बिल्कुल भी मिस ना करो।